ਹੈਲੋ एवरीवन ਗਿਲਸ ਮੈਂਟੋਰ ਦੇ ऑफिशियल YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟਸ ਦਾ ਲੈਕਚਰ ਅੱਜ ਅਸੀਂ 44 ਦੇਖਣ ਲੱਗੇ ਆ। ਤੁਹਾਨੂੰ ਮੈਂ ਅੱਗੇ ਨੈਕਸਟ ਕਨਸੈਪਟ ਸਮਝਾਵਾਂਗਾ ਲੇਬਰ ਟਰਨਓਵਰ ਰੇਸ਼ੋ। ਠੀਕ ਹੈ ਫਰੈਂਡਸ, ਅੱਜ ਅਸੀਂ ਸਮਝਾਂਗੇ ਲੇਬਰ ਟਰਨਓਵਰ ਰੇਸ਼ੋ ਦੇ ਮੈਥਡ ਸਮਝਾਂਗੇ। ਠੀਕ ਹੈ, ਤੇ ਅਸੀਂ ਇਹ ਵੀ ਪਤਾ ਕਰਾਂਗੇ ਕਿਸ ਤਰ੍ਹਾਂ ਆਪਾਂ ਉਸ ਮੈਥਡ ਦੇ ਯੂਸੇਜ ਨਾਲ ਉਸਦੀ ਟਰਨਓਵਰ ਰੇਸ਼ੋ ਕੱਢ ਸਕਦੇ ਹਾਂ। ਠੀਕ ਹੈ, ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨਲ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਈ ਬੁੱਕਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentor.test.com ਤੋਂ ਜਾ ਕੇ ਖਰੀਦ ਸਕਦੇ ਹਨ ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਹਨ। ਹੁਣ ਆਪਾਂ ਨੂੰ ਲੇਬਰ ਟਰਨਓਵਰ ਰੇਸ਼ੋ ਸਮਝਣ ਤੋਂ ਪਹਿਲਾਂ ਇਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਸਦਾ ਐਕਚੁਅਲ 'ਚ ਮੀਨਿੰਗ ਕੀ ਹੈ ਲੇਬਰ ਟਰਨਓਵਰ ਰੇਸ਼ੋ ਦਾ। ਠੀਕ ਹੈ ਫਰੈਂਡਸ, ਹੁਣ ਆਪਾਂ ਨੂੰ ਇਹ ਤਾਂ ਪਤਾ ਕਿ ਟਰਨਓਵਰ ਕਹਿੰਦੇ ਕਿਹਨੂੰ ਹੈ। ਟਰਨਓਵਰ ਆਪਾਂ ਕਿਹਨੂੰ ਕਹਿੰਦੇ ਹਾਂ? ਆਪਾਂ ਸੇਲ ਨੂੰ ਕਹਿੰਦੇ ਹਾਂ ਫਾਈਨੈਂਸ਼ੀਅਲ ਐਸਪੈਕਟ ਵਿੱਚ ਟਰਨਓਵਰ। ਮਗਰ ਉਰੇ ਜਿਹੜੀ ਟਰਨਓਵਰ ਦੀ ਗੱਲ ਕਰ ਰਹੇ ਹੋ ਉਸ ਵਿੱਚ ਇਹ ਗੱਲ ਕਰ ਰਿਹਾ ਕਿ ਤੁਹਾਡਾ ਇੱਕ ਪੀਰੀਅਡ ਤੋਂ ਬਾਅਦ ਕਿੰਨਾ ਚੇਂਜ ਆ ਜਾਂਦਾ ਲੇਬਰ ਵਿੱਚ, ਕਿੰਨਾ ਚੇਂਜ ਆ ਜਾਂਦਾ। ਮਤਲਬ ਜਿਹੜੇ ਤੁਹਾਡੇ ਇੰਪਲੋਏ ਤੁਹਾਡੇ ਕੋਲ ਕੰਮ ਕਰ ਰਹੇ ਨੇ ਉਹ 1 ਸਾਲ ਦੇ ਬਾਅਦ ਜਾਂ 6 ਮਹੀਨਿਆਂ ਦੇ ਬਾਅਦ ਜਾਂ 1 ਮਹੀਨੇ ਬਾਅਦ ਕਿੰਨੇ ਚੇਂਜ ਹੋ ਜਾਂਦੇ ਆ। ਚੇਂਜ ਹੁੰਦੇ ਆ ਨਾ, ਇਹ ਤਾਂ ਨਹੀਂ ਤੁਹਾਡੇ ਨਾਲ ਸਾਰੀ ਉਮਰ ਤੁਹਾਡੇ ਨਾਲ ਹੀ ਰਹਿਣਗੇ। ਠੀਕ ਹੈ, ਕੋਈ ਆਉਂਦਾ ਹੈ, ਕੋਈ ਛੱਡ ਕੇ ਚਲਾ ਜਾਂਦਾ, ਕਿਸੇ ਨੂੰ ਅਸੀਂ ਕੱਢ ਦਿੰਦੇ ਹਾਂ। ਠੀਕ ਹੈ, ਉਸ ਹਿਸਾਬ ਸਿਰ ਕਿੰਨਾ ਚੇਂਜ ਆਉਂਦਾ ਤੁਹਾਡਾ 1 ਮਹੀਨੇ 'ਚ ਕਿੰਨਾ ਚੇਂਜ ਆ ਰਿਹਾ। ਠੀਕ ਹੈ, ਜਾਂ 6 ਮਹੀਨੇ 'ਚ ਕਿੰਨਾ ਚੇਂਜ ਆ ਰਿਹਾ, ਸਾਲ 'ਚ ਕਿੰਨਾ ਚੇਂਜ ਆ ਰਿਹਾ। ਠੀਕ ਹੈ ਫਰੈਂਡਸ, ਉਸ ਬਾਰੇ ਅਸੀਂ ਉਸਦੀ ਰੇਸ਼ੋ ਕੱਢਦੇ ਹਾਂ। ਠੀਕ ਹੈ, ਜਿੰਨੀ ਮੰਨ ਕੇ ਚੱਲੋ ਜਿੰਨੀ ਜ਼ਿਆਦਾ ਰੇਸ਼ੋ ਹੋਏਗੀ ਨਾ ਉਨਾ ਹੀ ਬਿਜ਼ਨਸ ਵਾਸਤੇ ਨੁਕਸਾਨ ਹੈ। ਕਿਉਂ ਨੁਕਸਾਨ ਹੈ? ਕਿਉਂਕਿ ਜੇ ਤੁਹਾਡਾ ਕੋਈ ਪ੍ਰੋਡਕਟ ਦਾ ਤੁਹਾਡਾ ਕੋਈ ਔਡਰ ਚੱਲ ਰਿਹਾ, ਠੀਕ ਹੈ, ਹੁਣ ਉਹ 3 ਮਹੀਨੇ ਦਾ ਔਡਰ ਹੈ, ਜੇ 1 ਮਹੀਨੇ ਬਾਅਦ ਇੰਪਲੋਈਜ਼ ਦੀ ਜਿਹੜੀ ਰੇਸ਼ੋ ਹੈ ਉਹ ਜ਼ਿਆਦਾ ਹੈ ਤਾਂ ਉਹ ਤੁਸੀਂ ਜਿਹੜਾ ਕੰਮ ਕਰ ਰਹੇ ਹੋ, ਜਿਹੜਾ ਔਡਰ ਤੁਹਾਨੂੰ ਮਿਲਿਆ ਹੋਇਆ ਉਸ 'ਚ ਡਿਲੇ ਹੋ ਜਾਏਗਾ। ਠੀਕ ਹੈ ਨਾ, ਜੇ ਤੁਹਾਡੇ ਕੋਲ 700 ਇੰਪਲੋਈਜ਼ ਹੈ, ਠੀਕ ਹੈ, 700 ਵਰਕਰਸ ਹੈ, ਜੇ ਉੱਥੇ 200 ਛੱਡ ਕੇ ਚਲੇ ਜਾਣ, 500 ਰਹਿ ਜਾਣ, ਅਤੇ ਜਿਹੜਾ 200 ਬੰਦਿਆਂ ਨੂੰ ਦੁਬਾਰਾ ਉਹ ਕਰਨਾ ਪਏਗਾ, ਕੀ ਨਾਮ ਹੈ, ਅਪੁਆਇੰਟ ਕਰਨਾ ਪਏਗਾ ਦੁਬਾਰਾ ਉਹਨਾਂ ਨੂੰ। ਅਪੁਆਇੰਟ ਕਰਨ ਲਈ ਤਾਂ ਟਾਈਮ ਲੱਗੇਗਾ। ਠੀਕ ਹੈ ਨਾ, ਕਿੰਨਾ ਟਾਈਮ ਵੇਸਟ ਜਾਏਗਾ। ਅਤੇ ਜਿਹੜਾ ਸਾਡਾ ਔਡਰ ਚੱਲ ਰਿਹਾ ਸੀ ਪਿਛਲੇ 3 ਮਹੀਨਿਆਂ ਤੋਂ, ਜਿਹੜਾ ਸਾਨੂੰ ਔਡਰ ਮਿਲਿਆ ਹੋਇਆ ਸੀ ਉਸ ਵਿੱਚ ਵੀ ਫਰਕ ਪੈ ਜਾਏਗਾ। ਠੀਕ ਹੈ ਨਾ, ਤਾਂ ਜਿੰਨੀ ਜ਼ਿਆਦਾ ਰੇਸ਼ੋ ਹੋਏਗੀ ਨਾ ਉਨਾ ਹੀ ਨੁਕਸਾਨ ਹੈ ਬਿਜ਼ਨਸ ਵਾਸਤੇ, ਉਸਦਾ ਉਨਾ ਹੀ ਪ੍ਰੋਫਿਟ ਘਟੇਗਾ। ਠੀਕ ਹੈ, ਉਹਦੀ ਕੋਸਟ ਉੱਪਰ ਇਫੈਕਟ ਪਏਗਾ। ਠੀਕ ਹੈ ਨਾ ਫਰੈਂਡਸ, ਸੋ ਉਨੀ ਹੀ ਉਹਨੂੰ ਪ੍ਰੋਬਲਮ ਪਏਗੀ। ਤਾਂ ਲੇਬਰ ਟਰਨਓਵਰ ਰੇਸ਼ੋ ਆਪਾਂ ਨੂੰ ਕਿਸ ਤਰ੍ਹਾਂ ਕੱਢ ਸਕਦੇ ਹਾਂ? ਆਪਾਂ ਕੋਲ 3 ਮੈਥਡ ਹੈ। ਹੁਣ ਤੁਸੀਂ ਇਹ ਥੋੜ੍ਹੀ ਟੈਕਸਟ ਥੋੜ੍ਹਾ ਬਰੀਕ ਹੈ, ਤੁਸੀਂ ਮੇਰੇ ਨਾਲ ਚੱਲਿਓ, ਤੁਹਾਨੂੰ ਸਮਝ ਆਉਂਦਾ ਜਾਏਗਾ। ਠੀਕ ਹੈ, 3 ਮੈਥਡ ਤਰ੍ਹਾਂ ਨਾਲ ਆਪਾਂ ਲੇਬਰ ਟਰਨਓਵਰ ਰੇਸ਼ੋ ਕੱਢ ਸਕਦੇ ਹਾਂ। ਇੱਕ ਹੈ ਸਪਰੇਸ਼ਨ ਮੈਥਡ, ਇੱਕ ਹੈ ਰਿਪਲੇਸਮੈਂਟ ਮੈਥਡ, ਇੱਕ ਹੈ ਡਿਊਲ ਐਂਡ ਫਲੈਕਸ ਮੈਥਡ। ਠੀਕ ਹੈ, ਸਪਰੇਸ਼ਨ ਮੈਥਡ ਦਾ ਕੀ ਮਤਲਬ ਹੋਇਆ? ਕਿੰਨੇ ਲੋਕ ਮੈਨੂੰ ਛੱਡ ਕੇ ਚਲੇ ਗਏ। ਠੀਕ ਹੈ, ਕਿੰਨੇ ਵਰਕਰਸ ਮੈਨੂੰ ਛੱਡ ਕੇ ਚਲੇ ਗਏ, ਉਸ ਬਾਰੇ ਆਪਾਂ ਨੇ ਕੱਢਣਾ। ਠੀਕ ਹੈ ਨਾ ਫਰੈਂਡਸ, ਕਿੰਨੇ ਕਿੰਨੇ ਇੰਪਲੋਇਸ ਮੈਨੂੰ ਛੱਡ ਕੇ ਚਲੇ ਗਏ, ਉਹ ਆਪਾਂ ਸਪਰੇਸ਼ਨ ਮੈਥਡ। ਆਪਾਂ ਇੱਕ ਵਾਰੀ ਫਾਰਮੂਲਾ ਪੜ੍ਹ ਲੈਂਦੇ ਹਾਂ। ਨੰਬਰ ਆਫ ਦੀ ਵਰਕਰਸ, ਨੰਬਰ ਆਫ ਦੀ ਸਪਰੇਸ਼ਨਸ ਡਿਊਰਿੰਗ ਦਾ ਪੀਰੀਅਡ, ਕਿੰਨੀ ਮੇਰੇ ਲੋਕ ਛੱਡ ਕੇ ਗਏ ਮੈਨੂੰ, ਅਤੇ ਐਵਰੇਜ ਨੰਬਰ ਆਫ ਦੀ ਲੇਬਰ ਡਿਊਰਿੰਗ ਦਾ ਪੀਰੀਅਡ। ਠੀਕ ਹੈ, ਕਿੰਨੇ ਮੈਨੂੰ ਛੱਡ ਕੇ ਗਏ ਅਤੇ ਕਿੰਨੇ ਮੇਰੇ ਕੋਲ ਐਵਰੇਜ ਹੈਗੇ। ਐਵਰੇਜ ਆਪਾਂ ਕਿਵੇਂ ਕੱਢਦੇ ਹਾਂ? ਜੋ ਮਹੀਨੇ ਦੇ ਸ਼ੁਰੂਆਤ 'ਚ ਹੁੰਦੇ ਆ ਆਪਣੇ ਕੋਲ ਇੰਪਲੋਇਸ, ਜੋ ਮਹੀਨੇ ਦੇ ਐਂਡ ਵਿੱਚ ਹੁੰਦੇ ਆ, ਭਾਵੇਂ ਉਹਨੂੰ ਸਾਲ ਦੇ ਸ਼ੁਰੂਆਤ 'ਚ ਲਾ ਲਓ, ਭਾਵੇਂ ਸਾਲ ਦੇ ਐਂਡ 'ਚ ਲਾ ਲਓ, ਜਿਵੇਂ ਮਰਜ਼ੀ ਲਾ ਲਓ, ਉਹਨਾਂ ਦੋਨਾਂ ਨੂੰ ਆਪਾਂ ਪਲੱਸ ਕਰਦੇ ਹਾਂ, ਡਿਵਾਈਡ ਕੀ ਕਰਦੇ ਹਾਂ, 2 ਕਰਦੇ ਹਾਂ। ਠੀਕ ਹੈ, ਅਤੇ ਸਾਡੀ ਐਵਰੇਜ ਨਿਕਲ ਆਉਂਦੀ ਹੈ ਕਿ ਐਵਰੇਜ ਨੰਬਰ ਆਫ ਲੇਬਰ ਡਿਊਰਿੰਗ ਦਾ ਪੀਰੀਅਡ ਕਿੰਨੇ ਹੋਣਗੇ। ਠੀਕ ਹੈ, ਅਤੇ ਨੰਬਰ ਸਪਰੇਸ਼ਨ ਮਤਲਬ ਕਿੰਨੇ ਮੈਨੂੰ ਛੱਡ ਕੇ ਚਲੇ ਗਏ। ਠੀਕ ਹੈ ਫਰੈਂਡਸ, ਅਤੇ ਆਪਾਂ ਕਿਵੇਂ ਕੱਢਾਂਗੇ? ਆਪਣੇ ਕੋਲ ਕੁਛ ਡਾਟਾ ਹੈ। ਠੀਕ ਹੈ, ਸਾਡੇ ਕੋਲ ਸਾਲ ਦੇ ਬਿਗਿਨਿੰਗ ਵਿੱਚ ਜਾਂ ਮਹੀਨੇ ਦੇ ਬਿਗਿਨਿੰਗ ਵਿੱਚ। ਠੀਕ ਹੈ, ਮੈਂ ਪੂਰੇ ਮੰਥ ਲੈ ਕੇ ਨਹੀਂ ਚੱਲ ਰਿਹਾ, ਤੁਹਾਨੂੰ ਸਿਰਫ ਸਮਝਾਉਣ ਵਾਸਤੇ ਇੱਕ ਪੀਰੀਅਡ ਦੱਸ ਰਿਹਾ। ਤੁਸੀਂ ਜੋ ਮਰਜ਼ੀ ਇਮੈਜਿਨ ਕਰ ਸਕਦੇ ਹੋ, ਭਾਵੇਂ ਮੰਥ ਕਰ ਸਕਦੇ ਹੋ, ਭਾਵੇਂ ਵੀਕ 'ਚ ਕਰ ਸਕਦੇ ਹੋ, ਭਾਵੇਂ 6 ਮਹੀਨੇ ਕਰ ਸਕਦੇ ਹੋ, ਭਾਵੇਂ ਸਾਲ ਕਰ ਸਕਦੇ ਹੋ। ਠੀਕ ਹੈ ਫਰੈਂਡਸ, ਤਾਂ ਬਿਗਿਨਿੰਗ ਵਿੱਚ ਕਿੰਨੇ ਸੀ? 950 ਇੰਪਲੋਇਜ਼। ਠੀਕ ਹੈ, ਅਤੇ ਐਂਡ ਵਿੱਚ ਕਿੰਨੇ ਹੈ? 105 ਇੰਪਲੋਇਜ਼। ਠੀਕ ਹੈ, ਇੰਨੇ ਇੰਪਲੋਇਜ਼ ਹੈ। ਆਪਾਂ ਮੰਨ ਕੇ ਚੱਲ ਰਹੇ ਜਿਹੜੀ ਸਪਰੇਸ਼ਨ ਹੋਈ ਹੈ ਉਹ 150 ਦੀ ਹੋਈ ਹੈ। ਠੀਕ ਹੈ, ਸਪਰੇਸ਼ਨ ਹੋਈ ਹੈ ਜਿਹੜੀ 150 ਦੀ ਹੋਈ ਹੈ, ਅਤੇ ਨਿਊ ਅਪਾਇੰਟਮੈਂਟ ਕਿੰਨੀ ਹੋਈ ਹੈ? 250 ਹੋਈ ਹੈ। 250 ਕਿਵੇਂ ਹੋ ਜਾਏਗੀ? ਜੇ ਸਾਡੀ ਬਿਗਿਨਿੰਗ ਵਿੱਚ 950 ਸੀ ਤਾਂ 150 ਛੱਡ ਕੇ ਚਲੇ ਗਏ। ਠੀਕ ਹੈ, 150 ਛੱਡ ਕੇ ਚਲੇ ਗਏ ਤਾਂ ਆਪਾਂ ਨੇ 800 ਰਹਿ ਗਏ, ਤਾਂ ਆਪਾਂ ਨੇ ਨਵੀਂ ਇੰਪਲੋਇਮੈਂਟ ਕਿੰਨੀ ਕੀਤੀ? ਐਂਡ 'ਚ ਕਿੰਨੇ ਹੈ ਸਾਡੇ ਕੋਲ? 1050। ਠੀਕ ਹੈ, ਐਂਡ 'ਚ ਕਿੰਨੇ ਹੈ? 1050। ਤਾਂ ਛੱਡ ਕੇ ਕਿੰਨੇ ਗਏ? 150 ਛੱਡ ਕੇ ਗਏ। ਨਿਊ ਅਪਾਇੰਟਮੈਂਟ ਕਿੰਨੀ ਕੀਤੀ? 250। 250 ਕਿਵੇਂ ਕੀਤੀ? ਕੁਛ ਪਿਛਲੇ ਮਹੀਨੇ ਦੀ ਤਾਂ ਅਪੁਆਇੰਟਮੈਂਟ ਹੋ ਸਕਦੀ ਹੈ। ਕਿਵੇਂ ਹੋ ਸਕਦੀ ਹੈ? ਆਪਾਂ ਮੰਨ ਕੇ ਚੱਲ ਰਹੇ ਹਾਂ ਕਿ ਜੇ ਸਾਡੇ ਕੋਲ ਜਿੰਨੇ ਪਰਸਨ ਛੱਡ ਕੇ ਚਲੇ ਗਏ, ਇਹ ਤਾਂ ਹੈ ਨਹੀਂ ਜੇ ਆਪਾਂ ਨੇ ਸ਼ੋਰਟ ਟਰਮ 'ਚ ਆਪਾਂ ਸੋਚ ਰਹੇ ਹਾਂ ਕੋਈ ਚੀਜ਼। ਠੀਕ ਹੈ, ਸਾਡਾ ਸਪੋਜ਼ ਮੰਨ ਕੇ ਚੱਲੋ ਸਾਡਾ ਕੁਛ ਟਾਈਮ ਦਾ ਜਿਹੜਾ ਔਡਰ ਹੈ ਡਿਲੇ ਹੈ। ਠੀਕ ਹੈ, ਮਤਲਬ ਕਿ 1 ਮਹੀਨਾ ਰਹਿ ਗਿਆ ਸੀ ਅਤੇ ਮੇਰੇ ਕੋਲ ਇੰਨੇ ਇੰਪਲੋਇਜ਼ ਸੀ। ਠੀਕ ਹੈ, ਮੇਰੇ ਕੋਲ 10 ਇੰਪਲੋਇਜ਼ ਸੀ, ਮਗਰ ਮੇਰੇ ਕੋਲ ਉਹ ਕਿੰਨੇ ਛੱਡ ਕੇ ਚਲੇ ਗਏ? 1 ਮਹੀਨੇ ਦਾ ਕੰਮ ਰਹਿੰਦਾ ਸੀ ਹਲੇ, ਮਗਰ 2 ਇੰਪਲੋਇਜ਼ ਛੱਡ ਕੇ ਚਲੇ ਗਏ। ਠੀਕ ਹੈ,
ਦੋ ਇੰਪਲੋਏ ਛੱਡ ਕੇ ਚਲੇ ਗਏ। ਇੱਕ ਇੰਪਲੋਏ ਮੈंने ਐਕਸਟਰਾ ਰੱਖਿਆ ਹੋਇਆ ਸੀ। ਦੋ ਇੰਪਲੋਏ 'ਚੋਂ ਜਿਹੜਾ ਇੱਕ ਇੰਪਲੋਏ ਸੀ ਉਹ ਮੇਰਾ ਐਕਸਟਰਾ ਸੀ, ਮਤਲਬ ਕਿ ਇੱਕ ਵਰਕ ਦਿਖਦਾ ਸੀ, ਉਹਦਾ ਡਾਇਰੈਕਟ ਰਿਲੇਸ਼ਨ ਨਹੀਂ ਸੀ। ਤਾਂ ਮੈंने ਸ਼ੋਰਟ ਟਰਮ ਲਈ ਕੀ ਸੋਚਿਆ, ਹਾਲੇ ਮੈਂ ਇੱਕ ਇੰਪਲੋਏ ਅਪੋਇੰਟ ਕਰ ਲੈਣਾ, ਬਾਕੀ ਮੈਂ ਇੱਕ ਇੰਪਲੋਏ ਜਿਹੜਾ ਬਾਅਦ 'ਚ ਇੰਪਲੋਇਡ ਕਰ ਲਾਂਗਾ। ਹਾਲੇ ਮੈਨੂੰ ਜਿਹਦੀ ਜ਼ਰੂਰਤ ਹੈ ਸਭ ਤੋਂ ਜ਼ਿਆਦਾ ਉਸਨੂੰ ਮੈਂ ਅਪੋਇੰਟ ਕਰ ਲੈਣਾ। ਤਾਂ ਹੋ ਗਿਆ ਸ਼ੋਰਟ ਟਰਮ, ਠੀਕ ਹੈ। ਅਤੇ ਲੌਂਗ ਟਰਮ ਪ੍ਰੋਸੈਸ ਕੀ ਇੰਨਾ ਹੋਇਆ ਕਿ ਜਿੰਨੇ ਮੈਨੂੰ ਛੱਡ ਕੇ ਚਲੇ ਗਏ ਉਨੇ ਮੈਨੂੰ ਮੇਰੇ ਕੋਲ ਵਾਪਸ ਆ ਗਏ, ਮਤਲਬ ਉਨੇ ਹੀ ਮੈंने ਅਪੋਇੰਟ ਕੀਤੇ। ਜੇ ਉਹਦੇ ਮੈਂ 150 ਛੱਡ ਕੇ ਚਲੇ ਗਏ ਤਾਂ मैंने 150 ਤਾਂ मैंने ਅਪੋਇੰਟ ਕੀਤੇ, ਮਗਰ ਪਿਛਲੇ ਮਹੀਨੇ ਵੀ ਤਾਂ ਹੋ ਸਕਦੇ, ਕਿਉਂਕਿ ਪਿਛਲੇ ਮਹੀਨੇ ਕੁਝ ਐਸਾ ਮੇਰਾ ਆਰਡਰ ਹੋਣਾ ਜਿਹਦੇ 'ਚ ਮੈਨੂੰ ਉਨੇ ਇੰਪਲੋਇਸ ਨਹੀਂ ਚਾਹੀਦੇ ਹੋਣਗੇ ਜਿੰਨੇ ਮੇਰੇ ਛੱਡ ਕੇ ਚਲੇ ਗਏ, ਠੀਕ ਹੈ। ਜਿੰਨੇ ਮੇਰੇ ਛੱਡ ਕੇ ਚਲੇ ਗਏ ਉਨੇ ਮੈਨੂੰ ਜ਼ਰੂਰਤ ਨਹੀਂ ਹੋਣੀ, ਕਿਉਂਕਿ ਮੈਨੂੰ ਸ਼ੋਰਟ ਟਰਮ ਲਈ ਮੈंने ਆਪਣਾ ਆਰਡਰ ਪੂਰਾ ਕਰਨਾ ਹੋਣਾ। ਤਾਂ ਉਸ 'ਚ ਵੀ 100 ਹੋਰ ਐਡ ਹੋ ਗਏ, ਠੀਕ ਹੈ, ਜਿਹੜੇ 100 ਪਿਛਲੇ ਮਹੀਨੇ ਦੇ ਸੀ। ਤਾਂ ਟੋਟਲ ਨਿਊ ਅਪੋਇੰਟਮੈਂਟ ਕਿੰਨੀ ਹੋਈ, 250 ਦੀ ਹੋਈ, ਠੀਕ ਹੈ। ਸੈਪਰੇਸ਼ਨ ਕਿੰਨੇ ਹੋਇਆ, ਕਿੰਨੇ ਛੱਡ ਕੇ ਗਏ, 150 ਹੋਏ। ਤਾਂ 950 ਚੋਂ ਆਪਾਂ 150 ਕੱਢ ਦਿਓ, ਕਿੰਨਾ ਬਚਿਆ ਵਿੱਚੋਂ 800 ਬਚਿਆ, ਠੀਕ ਹੈ। ਅਤੇ ਨਵੀਂ ਅਪੋਇੰਟਮੈਂਟ ਕਿੰਨੀ ਹੋਈ, 250। ਤਾਂ ਟੋਟਲ ਕਿੰਨੇ ਹੋ ਗਏ, 1050, ਠੀਕ ਹੈ ਫਰੈਂਡਸ। ਤਾਂ ਆਪਾਂ ਉਰੇ ਫਸਟ ਮੈਥਡ ਲਾਵਾਂਗੇ, ਸਪਰੇਸ਼ਨ ਮੈਥਡ। ਸਪਰੇਸ਼ਨ ਮੈਥਡ ਕੀ ਕਹਿੰਦਾ ਹੈ, ਨੰਬਰ ਆਫ ਦੀ ਸਪਰੇਸ਼ਨ ਡਿਊਰਿੰਗ ਦਾ ਪੀਰੀਅਡ ਅਪੋਨ ਐਵਰੇਜ ਨੰਬਰ ਆਫ ਦੀ ਲੇਬਰ ਡਿਊਰਿੰਗ ਦਾ ਪੀਰੀਅਡ ਮਲਟੀਪਲਾਈ 100। ਆਪਾਂ ਨੇ ਪਰਸੈਂਟੇਜ 'ਚ ਕੱਢਣਾ ਹੈ ਤਾਂ ਮਲਟੀਪਲਾਈ 100 ਕਰਾਂਗੇ। ਤਾਂ ਆਪਾਂ ਨੂੰ ਪਤਾ ਸਪਰੇਸ਼ਨ ਕਿੰਨੀ ਹੋਈ ਹੈ, ਕਿੰਨੇ ਛੱਡ ਕੇ ਗਏ ਹੈ, 150 ਅਪੋਨ ਐਵਰੇਜ ਕੱਢ ਲਾਂਗੇ। ਐਵਰੇਜ ਕਿੰਨੀ ਹੈ ਸਾਡੇ ਕੋਲ, ਬਿਗਨਿੰਗ ਕਿੰਨੀ ਸੀ 950 ਪਲੱਸ 105 ਅਪੋਨ 2, ਕਿੰਨਾ ਆ ਜਾਏਗਾ, 1000 ਆ ਜਾਏਗਾ, ਮਲਟੀਪਲਾਈ 100, ਠੀਕ ਹੈ ਫਰੈਂਡਸ। ਤਾਂ ਆਪਣੀ 15% ਆ ਜਾਏਗੀ। ਇਹ ਆਪਣੀ ਕਿਹੜੀ ਆ ਗਈ 15%, ਜਿੰਨੇ ਸਾਡੇ ਕੋਲੋਂ ਛੱਡ ਕੇ ਚਲੇ ਗਏ। ਸੈਪਰੇਸ਼ਨ ਮੈਥਡ ਮਤਲਬ ਜਿੰਨੇ ਇੰਪਲੋਏ ਸਾਡੇ ਕੋਲੋਂ ਛੱਡ ਕੇ ਚਲੇ ਗਏ, ਯਾਨੀ ਕਿ 15% ਮਹੀਨੇ ਵਾਈਜ਼, 6 ਮਹੀਨੇ ਵਾਈਜ਼ ਜਾਂ 1000 ਵਾਈਜ਼ ਸਾਡੇ 15% ਜਿਹੜੀ ਲੇਬਰ ਹੈ ਸਾਡੇ ਕੋਲ ਛੱਡ ਕੇ ਚਲੀ ਜਾਂਦੀ ਹੈ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਰਿਪਲੇਸਮੈਂਟ ਮੈਥਡ। ਹੁਣ ਦੇਖੋ ਜੇ ਆਪਾਂ ਸਪਰੇਸ਼ਨ ਮੈਥਡ ਵਿੱਚ ਸਾਨੂੰ ਇਹ ਪਤਾ ਲੱਗਿਆ ਕਿ ਸਾਡੇ ਕੋਲ ਕਿੰਨੇ ਇੰਪਲੋਏ ਸਾਡੇ ਕੋਲ ਛੱਡ ਕੇ ਚਲੇ ਗਏ। ਸਪੋਜ਼ ਕਰੋ 150 ਬੰਦੇ ਛੱਡ ਕੇ ਗਏ, ਅਤੇ ਜੇ ਆਪਾਂ ਨੇ 150 ਬੰਦੇ ਅਪੋਇੰਟ ਕਰ ਲਏ ਤਾਂ ਉਹ ਕੀ ਹੋ ਜਾਏਗਾ, ਰਿਪਲੇਸ ਹੋ ਜਾਏਗਾ ਨਾ, ਉਸਦਾ ਹੀ ਰਿਪਲੇਸ ਹੋ ਜਾਏਗਾ, ਠੀਕ ਹੈ ਨਾ। ਮਗਰ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਲੌਂਗ ਟਰਮ ਪ੍ਰੋਸੈਸ ਲਈ ਆਪਾਂ ਰਿਪਲੇਸ ਕਰ ਲੈਂਦੇ ਹਾਂ ਉਨੇ ਦੇ ਉਨੇ ਇੰਪਲੋਇਜ਼, ਮਗਰ ਸ਼ੋਰਟ ਟਰਮ ਲਈ ਆਪਾਂ ਪੂਰੇ ਦੇ ਪੂਰੇ ਨਹੀਂ ਕਰਦੇ, ਕਈ ਵਾਰੀ ਨਹੀਂ ਕਰਦੇ ਨਾ ਕਈ ਵਾਰੀ, ਕਿਉਂਕਿ ਸਾਨੂੰ ਮੈਂ ਤੁਹਾਨੂੰ ਦੱਸਿਆ ਸੀ ਜੇ ਕੋਈ ਆਰਡਰ ਚੱਲ ਰਿਹਾ ਉਸ ਨੂੰ ਪੂਰਾ ਕਰਨ ਵਾਸਤੇ ਆਪਾਂ ਨੇ ਜ਼ਿਆਦਾ ਟਾਈਮ ਦੇਣਾ ਤਾਂ ਉਹ ਘੱਟ ਇੰਪਲੋਏ ਅਪੋਇੰਟ ਕਰ ਲਏਗਾ, ਠੀਕ ਹੈ। ਜਿੰਨੇ ਉਹਨੂੰ ਐਕਚੁਅਲ 'ਚ ਲੋੜ ਹੈ, ਠੀਕ ਹੈ, ਉਹ ਉਹਨੇ ਅਪੋਇੰਟ ਕਰ ਲਏਗਾ ਤਾਂ ਕਿ ਉਹਦਾ ਟਾਈਮ ਬਚ ਜਾਵੇ ਅਤੇ ਆਪਣਾ ਪ੍ਰੋਡਕਟਿਵ ਕੰਮ ਵਿੱਚ ਉਹ ਧਿਆਨ ਦੇਵੇ, ਠੀਕ ਹੈ। ਤਾਂ ਉਹਦਾ ਕੀ ਫਾਰਮੂਲਾ ਹੁੰਦਾ ਹੈ, ਨੰਬਰ ਆਫ ਦੀ ਰਿਪਲੇਸਮੈਂਟ ਡਿਊਰਿੰਗ ਦਾ ਪੀਰੀਅਡ ਅਤੇ ਐਵਰੇਜ ਨੰਬਰ ਆਫ ਦੀ ਵਰਕਰਸ ਡਿਊਰਿੰਗ ਦਾ ਪੀਰੀਅਡ। ਜਿੰਨੇ ਐਵਰੇਜ ਹੈ, ਜਿੰਨੀ ਮੇਰੀ ਪਲੇਸਮੈਂਟ ਹੋਈ ਹੈ, ਠੀਕ ਹੈ, ਮਲਟੀਪਲਾਈ 100, ਠੀਕ ਹੈ। ਆਪਾਂ ਨੂੰ ਡਾਟਾ ਗਿਵਨ ਹੈ, ਠੀਕ ਹੈ। ਉਰੇ ਆਪਾਂ ਕੀ ਮੰਨ ਕੇ ਚੱਲ ਰਹੇ ਹਾਂ ਕਿ ਹਾਂ ਭਾਈ 150 ਮੇਰੀ ਕੀ ਨਾਮ ਹੈ ਅਪੋਇੰਟ ਕੀਤਾ ਮੈंने, ਪਲੱਸ ਜਿਹੜੇ 100 ਜਿਹੜੇ ਸੀ ਉਹ ਪਿਛਲੇ ਮਹੀਨੇ ਦੇ ਸੀ। ਇਸ ਵਿੱਚ ਜਿਹੜੇ ਮੈਂ 100 ਪਿਛਲੇ ਮਹੀਨੇ ਦੇ ਰਹਿ ਰਿਹਾ, ਇਸ ਦਾ ਮਤਲਬ ਮੈਂ ਮੰਨ ਕੇ ਚੱਲ ਰਿਹਾ ਕਿ ਪਿਛਲੇ ਮਹੀਨੇ ਮੈंने ਪੂਰੇ ਦੇ ਪੂਰੇ ਅਪੋਇੰਟ ਨਹੀਂ ਕੀਤੇ ਸੀ, 100 ਰਹਿ ਗਏ ਸੀ, 100 ਰਹਿ ਗਏ ਸੀ, ਕਿਉਂਕਿ ਮੈਂ ਸ਼ੋਰਟ ਟਰਮ ਲਈ ਮੈਨੂੰ ਬੰਦੇ ਚਾਹੀਦੇ ਸੀ, ਲੌਂਗ ਟਰਮ ਲਈ ਮੈंने ਨਹੀਂ ਸੋਚਿਆ, ਇਸ ਕਰਕੇ ਮੈਂ 100 ਪਿਛਲੇ ਵੀ ਲੈ ਲਏ। ਤਾਂ ਕਿੰਨਾ ਹੋ ਗਿਆ ਟੋਟਲ ਅਪੋਇੰਟਮੈਂਟ ਨਿਊ 250, ਯਾਨੀ 250 ਦੀ ਰਿਪਲੇਸਮੈਂਟ ਹੋਈ, ਠੀਕ ਹੈ, 250 ਦੀ ਰਿਪਲੇਸਮੈਂਟ ਹੋਈ। ਤਾਂ ਉਰੇ ਮੇਰੇ 250 ਆ ਜਾਏਗਾ ਅਪੋਨ ਐਵਰੇਜ ਨੰਬਰ ਆਫ ਦੀ ਵਰਕਰਸ ਡਿਊਰਿੰਗ ਦਾ ਪੀਰੀਅਡ, ਉਹੀ ਚੱਲਣਗੇ 1000 ਮਲਟੀਪਲਾਈ 100 ਕਰਾਂਗੇ ਤਾਂ 25% ਆ ਜਾਏਗਾ, ਯਾਨੀ ਕਿ ਮੇਰੀ ਰਿਪਲੇਸਮੈਂਟ ਦਾ ਕਿੰਨੀ ਪਰਸੈਂਟੇਜ ਆ ਰਹੀ ਹੈ, 25%। ਯਾਨੀ ਕਿ ਆਪਾਂ ਨੂੰ ਇਹ ਸਮਝ ਆ ਗਿਆ ਕਿ ਮੈਨੂੰ ਬੰਦੇ ਛੱਡ ਕੇ ਜਾ ਰਹੇ ਆ, ਉਹਨੂੰ ਜਿਹੜੇ ਮੇਰੇ ਛੱਡ ਕੇ ਗਏ ਤਾਂ ਉਸਦੇ ਬਦਲੇ ਜਿਹੜੀ ਮੈंने ਰਿਪਲੇਸਮੈਂਟ ਕੀਤੀ, ਅਪੋਇੰਟ ਕੀਤੀ, ਤਾਂ ਕਿੰਨੇ ਪਰਸੈਂਟ 'ਤੇ ਹੋ ਰਹੇ ਰਿਪਲੇਸਮੈਂਟ, 25% 'ਤੇ ਹੋ ਰਹੇ, ਠੀਕ ਹੈ ਫਰੈਂਡਸ। ਹੁਣ ਅਗਲਾ ਤੀਜਾ ਮੈਥਡ ਹੈ ਡਿਊਲ ਐਂਡ ਫਲੈਕਸ ਮੈਥਡ। ਡਿਊਲ ਐਂਡ ਫਲੈਕਸ ਮੈਥਡ ਕੀ ਹੁੰਦਾ, ਠੀਕ ਹੈ। ਇਸ ਵਿੱਚ ਬਸ ਇਹ ਦੱਸਿਆ ਜਾਂਦਾ ਜਿੰਨੀ ਮੇਰੀ ਸੈਪਰੇਸ਼ਨ ਮੈਥਡ ਹੈ ਅਤੇ ਜਿੰਨੀ ਮੇਰੀ ਰਿਪਲੇਸਮੈਂਟ ਮੈਥਡ ਹੈ, ਜੇ ਮੈਂ ਇਹਨਾਂ ਦੋਨਾਂ ਨੂੰ ਐਡ ਕਰਦਾ ਤਾਂ ਮੈਨੂੰ ਐਕਚੁਅਲ 'ਚ ਇਹ ਪਤਾ ਲੱਗ ਜਾਏਗਾ ਕਿ ਐਕਚੁਅਲ 'ਚ ਮੇਰੇ 'ਚ ਕਿੰਨਾ ਪਰਸੈਂਟੇਜ ਚੇਂਜ ਆਇਆ ਹੈ, ਠੀਕ ਹੈ। ਤਾਂ ਆਪਾਂ ਨੂੰ ਇਹ ਪਤਾ ਕਰਨਾ ਹੁੰਦਾ ਹੈ। ਵੈਸੇ ਇਹ ਮੈਥਡ ਇੰਨਾ ਜ਼ਿਆਦਾ ਇੰਪੋਰਟੈਂਟ ਨਹੀਂ ਹੈ, ਕਿਉਂਕਿ ਆਪਾਂ ਨੂੰ ਇਸ ਨਾਲ ਥੋੜ੍ਹਾ ਜਿਹਾ ਆਪਾਂ ਨੂੰ ਕੀ ਨਾਮ ਹੈ ਕਨਫਿਊਜ਼ਨ ਹੋ ਸਕਦੀ ਹੈ ਕਿ ਜੇ ਮੈਂ ਇਹਨੂੰ ਵੀ ਐਡ ਕਰ ਲਾਂ ਜਿੰਨੇ ਮੈਨੂੰ ਕੋਈ ਛੱਡ ਕੇ ਗਏ ਹੈ ਅਤੇ ਰਿਪਲੇਸਮੈਂਟ ਨਾਲ ਵੀ ਐਡ ਕਰ ਲਾਂ, ਇਹਦੇ ਨਾਲ ਮੇਰਾ ਕੋਈ ਐਕਚੁਅਲ 'ਚ ਕੋਈ ਪ੍ਰੋਡਕਟਿਵ ਕੰਮ ਨਹੀਂ ਨਿਕਲੇਗਾ, ਐਕਚੁਅਲ 'ਚ ਪਰਸੈਂਟੇਜ ਨਹੀਂ ਨਿਕਲੇਗੀ, ਐਕਚੁਅਲ 'ਚ ਮੈਨੂੰ ਮੀਨਿੰਗ ਨਹੀਂ ਸਮਝ ਆਏਗਾ। ਮਗਰ ਕਈ ਵਾਰੀ ਕਈ ਥਾਵਾਂ 'ਤੇ ਕਈ ਫੈਕਟਰੀਆਂ ਵਿੱਚ ਇਸ ਦੀ ਮੈਥਡ ਦੀ ਲੋੜ ਪੈਂਦੀ ਹੈ, ਤਾਂ ਕਰਕੇ ਤੁਹਾਨੂੰ ਮੈਂ ਉਰੇ ਸਮਝਾ ਰਿਹਾ। ਅਤੇ ਕਈ ਵਾਰੀ ਪੁੱਛ ਵੀ ਲੈਂਦੇ ਨੇ, ਐਸੀ ਗੱਲ ਨਹੀਂ ਹੈ। ਵੈਸੇ ਜੇ ਆਪਾਂ ਨੋਰਮਲ ਜਨਰਲਾਈਜ਼ ਦੇਖੀਏ ਤਾਂ ਇਹ ਮੈਥਡ ਜਿਹੜਾ ਇਹ ਇੰਨਾ ਇੰਪੋਰਟੈਂਟ ਨਹੀਂ ਹੈ, ਕਿਉਂਕਿ ਆਪਾਂ ਨੇ ਸਿਰਫ ਇਹ ਚੇਂਜ ਕਰਨਾ ਕਿ ਐਕਚੁਅਲ 'ਚ ਚੇਂਜ ਕਿੰਨਾ ਆਏਗਾ, ਉਹ ਮੈਂ ਤੁਹਾਨੂੰ ਦੂਜਾ ਮੈਥਡ ਸਮਝਾਵਾਂਗਾ, ਠੀਕ ਹੈ। ਹੁਣ ਆਪਾਂ ਡਿਊ ਫਲੈਕਸ ਮੈਥਡ ਦੇਖ ਰਹੇ ਹਾਂ। ਨੰਬਰ ਆਫ ਦੀ ਸਪਰੇਸ਼ਨ ਦੇਖੋ, ਇਹ ਵੀ ਐਡ ਹੋ ਜਾਏਗਾ ਅਤੇ ਨੰਬਰ ਆਫ ਦੀ ਰਿਪਲੇਸਮੈਂਟ ਇਹ ਵੀ ਐਡ ਹੋ ਜਾਏਗਾ ਅਪੋਨ ਉਹੀ ਐਵਰੇਜ ਨੰਬਰ ਆਫ ਦੀ ਵਰਕਰ ਡਿਊਰਿੰਗ ਦਾ ਪੀਰੀਅਡ। ਤਾਂ 150 + 250, ਠੀਕ ਹੈ, 150 + 250 ਅਪੋਨ 1000, ਠੀਕ ਹੈ ਫਰੈਂਡਸ, ਅਪੋਨ 1000। ਤਾਂ ਇਸ ਤਰ੍ਹਾਂ ਆਪਾਂ ਮਲਟੀਪਲਾਈ
100 करांगे मल्टीप्लाई 100 करांगे तो कितना आ जाएगा अपना 40% आ जाएगा, यानी कि इन्नी मेरी एक्चुअल चेंज हुई है। ठीक है, ड्यू एंड फ्लैक्स मैथड पता लग गया कि 40% चेंज होया टोटल मिला के। ठीक है, मगर ये इन्ना मैथड आप नहीं कह सकते कि ये इन्ना वो है, मतलब इन्ना इंपॉर्टेंट है। ठीक है, आप नैक्सट मैथड देखांगे। नैक्सट मैथड कह रहा है कि नंबर ऑफ द सपरेशनस प्लस नंबर ऑफ द प्लेसमेंट अपॉन 2, मतलब कि जे आप दोनों का एवरेज कढ़ लिए ताई सानू पता लगेगा कि कितना चेंज आया। ठीक है ना, जे 15% प्लस 25%, ठीक है, इन्होंने दोनों प्लस करके दी एवरेज कर लिए कि एक्चुअल कितना चेंज आया। ये सही मैथड होएगा ना कि एक्चुअल कितना चेंज आया। तो 15% प्लस 25% अपॉन 2 अपॉन एवरेज नंबर ऑफ द वर्करस। ठीक है, वही हो जाएगा, भावें परसेंटेज लै लो भावें तुम इनू नंबरिंग च लै लो। ठीक है, उरे आपने नंबरिंग च लिता है। ठीक है, जिन्ने इंपलॉयज़ सी तो 150 इंपलॉयज़ उरे सी तो 250 इन्ने सी, इन्नी रिप्लेसमेंट हुई सी, इन्नी सैपरेशन हुई सी। ठीक है, उरे इन्नी सैपरेशन हुई सी, ये इधर है ये इधर है। ठीक है, 150 प्लस 250 अपॉन 2 तो अपॉन एवरेज नंबर ऑफ दी वर्करस ड्यूरिंग द पीरियड मल्टीप्लाई 100। तो ये मैंने पता लग गया कि 20% चेंज आया मेरा। ठीक है, ये एक्चुअल जो यूसेज होंगी है, कई थावां ते भी यूसेज हो जाती है। सो तुहानूं ये मैथड भी पता होना चाहिए। ठीक है ना फ्रेंड्स, तो ये मैं ड्यू फ्लैक्स मैथड की पता लग गया कि मैंने एक्चुअल मेरी चेंज कितना होया है। जिन्ने मेरे को छड्ड के गए इस फॉर्मूले मैंने ये पता लग गया कि जिन्ने मेरे को छड्ड के गए तो जिन्ने मैंने उसकी रिप्लेसमेंट हो गई तो उस एक्चुअल मैंने कितना चेंज आया मेरे टर्नओवर च लेबर टर्नओवर च कितना चेंज आया एक्चुअल 20% चेंज आया। ठीक है, सो अपन उरे पता लग गया। ਹੁਣ ਸਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਇੰਨਾ 25% ਭਾਵੇਂ 15% ਇੱਕ ਮਹੀਨੇ ਦਾ ਚੇਂਜ ਆ ਰਿਹਾ ਜਾਂ ਇੱਕ 6 ਮਹੀਨੇ ਦਾ ਚੇਂਜ ਆ ਰਿਹਾ, ਇੱਕ ਸਾਲ ਦਾ ਚੇਂਜ ਆ ਰਿਹਾ, 25% ਇੱਕ ਮਹੀਨੇ ਜਾਂ 6 ਮਹੀਨੇ ਜਾਂ ਸਾਲ ਦਾ ਚੇਂਜ ਆ ਰਿਹਾ। ਮਗਰ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਹੁਣ ਆਪਾਂ ਤਾਂ ਜ਼ਿਆਦਾਤਰ ਜਿਹੜੇ ਫਾਈਨੈਂਸ਼ੀਅਲ ਐਕਸਪੈਕਟਸ ਹੁੰਦੇ ਆ ਕੋਸਟ ਅਕਾਊਂਟਿੰਗ ਦੇ ਹੁੰਦੇ ਜ਼ਿਆਦਾਤਰ ਸਾਨੂੰ ਸਾਲ ਦੇ ਮੁਤਾਬਿਕ ਸਮਝ ਆ ਰਹਾ ਹੁੰਦਾ। 6 ਮਹੀਨੇ 2 ਮਹੀਨੇ 1 ਮਹੀਨੇ ਉਹਦਾ ਸਾਨੂੰ ਜ਼ਿਆਦਾ ਸਮਝ ਨਹੀਂ ਆਉਂਦਾ, ਸਾਨੂੰ ਸਾਲ ਦੇ ਮੁਤਾਬਿਕ ਸਮਝ ਆਉਂਦਾ ਕਿ ਹਾਂ ਵੀ ਸਾਲ 'ਚ ਕਿੰਨਾ ਫਰਕ ਆ ਰਿਹਾ। ਠੀਕ ਹੈ ਨਾ, ਤਾਂ ਆਪਾਂ ਉਹ ਕਿਵੇਂ ਕੱਢਦੇ ਹਾਂ, ਆਪਾਂ ਇਕੁਇਵਲੈਂਟ ਰੇਸ਼ੋ ਕੱਢ ਲੈਂਦੇ ਹਾਂ। ਮੰਨ ਕੇ ਚੱਲੋ ਕਿ ਜਿਹੜੀ ਇਹ ਰੇਸ਼ੋ ਹੈ, ਠੀਕ ਹੈ, ਇਹ ਜਿਹੜਾ ਡਾਟਾ ਦਿੱਤਾ ਹੋਇਆ ਇਹ ਮੈਨੂੰ ਭਾਵੇਂ 1 ਮੰਥ ਦਾ ਦਿੱਤਾ ਹੋਵੇ, ਭਾਵੇਂ 6 ਮਹੀਨੇ ਦਾ ਦਿੱਤਾ ਹੋਵੇ, ਭਾਵੇਂ 8 ਮਹੀਨੇ ਦਾ ਦਿੱਤਾ ਹੋਵੇ, ਮਗਰ ਮੈਨੇ ਇਹਨੂੰ 1 ਸਾਲ ਦੇ ਮੁਤਾਬਿਕ ਕੱਢਣਾ। ਕਿਵੇਂ ਕੱਢਣਾ ਹੈ, ਇਕੁਇਵਲੈਂਟ ਰੇਸ਼ੋ ਕੀ ਕਹਿੰਦੀ ਹੈ, ਕਹਿੰਦੀ ਮੰਨ ਕੇ ਚੱਲੋ ਜੇ ਤੁਹਾਡਾ 1 ਮਹੀਨੇ ਦਾ ਇੰਨੀ ਪਰਸੈਂਟੇਜ ਚੇਂਜ ਆ ਰਹੀ ਹੈ ਤਾਂ ਸਾਲ ਵਿੱਚ ਕਿੰਨੀ ਚੇਂਜ ਆਏਗੀ, ਉਹ ਕੌਣ ਦੱਸੇਗਾ, ਇਕੁਇਵਲੈਂਟ ਰੇਸ਼ੋ ਦੱਸੇਗੀ। ਠੀਕ ਹੈ, ਇਕੁਇਵਲੈਂਟ ਰੇਸ਼ੋ ਕੀ ਕਹਿੰਦੀ ਹੈ ਕਿ ਲੇਬਰ ਟਰਨਓਵਰ ਰੇਸ਼ੋ ਕਿੰਨੀ ਹੈ ਅਪੋਨ डेज मंथ्स वीक्स इन दी रेलिवेंट पीरियड। ठीक है, मल्टीप्लाई किन्ने कढ़ना है अपने जो साल च कढ़ना अपने, जो डेज दिते हुए हैं 365 डेज, मंथ दिते हुए हैं यानी 2 महीनों की ये सारी रेशो दी हुई है तो किन्ने महीने की कढ़ लाँगे आप 12 महीनों की, जो वीक्स दिता होया तो 52 वीक्स च कढ़ लाँगे। ठीक है, आप ये कढ़ लाँगे उरे तो दोनों मैथड का सपरेशन मैथड के हिसाब से मेरी किन्नी चेंज आ जाएगी, दसो इक्विवेलेंट रेशो किन्नी आ जाएगी 15/6। 15/6 किमें मतलब 15% जिन्नी मेरी आई सी सपरेशन मैथड की अपॉन 6 मंथ्स। ठीक है, मैं 6 मंथ का ला के चल रहा कि ये 6 मंथ का मेरे को डाटा है। ठीक है, इस फॉर्मूले के हिसाब से मैं की मन के चल रहा कि 6 मंथ का डाटा मैंने साल का डाटा कढ़ना है। तो 15/6 इंटू 12% और 12 मंथ्स तो 30% आ जाएगा। तो मेरे 25% अपॉन 6 इंटू 12 ये मेरा केड़ा मैथड है, रिप्लेसमेंट मैथड। उस हिसाब से 25% आया सी मेरा। ठीक है ना, 6 महीनों का तो मैंने साल का कढ़ना है तो मल्टीप्लाई 12 कराँगा तो मेरा 50% आ जाएगा। ठीक है, ये मेरी रेशो आ जाएगी कि जिन्ने बंदे मेरे को छड़ के गए वो 30% सी, जिन्नी उसकी रिप्लेसमेंट होगी वो 50% सी। 50% उरे क्यों ज़्यादा दिखा रहा है क्योंकि कुछ पिछले महीने के भी मेरे इंपलॉयज़ होने उन्होंने भी मैंने पॉइंट किया उरे। ठीक है, सो सानू उरे समझ आया ना कि उरे सपरेशन मैथड किनू कहते हैं, रिप्लेसमेंट मैथड किनू कहते हैं, ड्यूल एंड फ्लैक्स मैथड किनू कहते हैं। ठीक है ना फ्रेंड्स, सो आपां नूं उरे ये चीज़ पता लग गई कि एक्चुअल कितना चेंज आ रहा है। ठीक है ना, तो आप लेबर टर्न रेशो का की पता लग गया कि कितना चेंज मैनू मेरी लेबर में चेंज आ रहा है। तो जिन्ना इस तो घट होएगा ना उन्ना ही सानू बिजनेस लिए हैल्पफुल है, क्योंकि जे आप हरेक महीने ज़्यादा परसेंटेज चेंज आ रहा है तो मन के चलो फिर तो बहुत फर्क पै जाएगा। किमें फर्क पै जाएगा, किमें फर्क पै जाएगा, क्योंकि जे मन के चलो मार्केट के हिसाब से लेबर चेंज होंदी रहती है। जे मेरे 6 महीने बाद वर्कर इन्ने परसेंटेज चेंज होंदे जा रहे हैं तो मेरा प्रॉफिट पर फर्क पेगा नहीं पेगा। मन के चलो पहले कोई 5000 रुपये लेंदा सी मेरे तो पर मंथ, मगर मार्केट च इन्फ्लेशन आ गई, कुछ भी हो गया 6 महीनों जब परसेंटेज इंक्रीज है इसका मतलब मैं उन्हें 5000 तो रखांगा नहीं, रखांगा 5500 तो रखांगा, 500 रुपये होर वध जाएगा तो मेरी कोस्ट उपर फर्क पै जाएगा। ठीक है ना, तो यह भी एक मोस्ट इंपोर्टेंट है
ਠੀਕ ਹੈ। ਮੇਰੀ ਕੋਸਟ ਨੂੰ ਡਿਟਰਮਾਈਨ ਕਰਨ ਵਿੱਚ ਇਹ ਲੇਬਰ ਟਰਨਓਵਰ ਰੇਸ਼ੀਓ ਵੀ ਮੋਸਟ ਇੰਪੋਰਟੈਂਟ ਹੈ, ਕਿਉਂਕਿ ਇਸ ਤੋਂ ਬਿਨਾਂ ਵੀ ਬਹੁਤ ਔਖਾ ਹੈ। ਠੀਕ ਹੈ, ਜਿੰਨੀ ਮੇਰੀ ਲੇਬਰ ਘੱਟ ਤੋਂ ਘੱਟ ਹੋਏਗੀ ਉਨਾ ਹੀ ਮੇਰਾ ਪ੍ਰੋਫਿਟ ਵੱਧ ਤੋਂ ਵੱਧ ਹੋਏਗਾ। ਮੈਂ ਜਿੰਨੀ ਉਹਨੂੰ ਲੇਬਰ ਘੱਟ ਤੋਂ ਘੱਟ ਦੇਵਾਂ ਉਨਾ ਹੀ ਮਾਰਜਨ ਮੇਰਾ ਪ੍ਰੋਫਿਟ ਵਿੱਚ ਜ਼ਿਆਦਾ ਬੈਠੇਗਾ। ਠੀਕ ਹੈ ਨਾ। ਤਾਂ ਸੋ ਇਹ ਵੀ ਬਹੁਤ ਇੰਪੋਰਟੈਂਟ ਹੈ, ਜਿਸ ਦਾ ਆਪਾਂ ਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਵਿੱਚ ਕਿਹੜੇ ਮੈਥਡ ਸੀ? ਸੈਪਰੇਸ਼ਨ ਮੈਥਡ, ਰਿਪਲੇਸਮੈਂਟ ਮੈਥਡ, ਡਿਊਲ ਐਂਡ ਫਲੈਕਸ ਮੈਥਡ। ਸੈਪਰੇਸ਼ਨ ਮੈਥਡ 'ਚ ਕੀ ਸੀ ਕਿ ਆਪਾਂ ਨੂੰ ਇਹ ਦੇਖਣਾ ਹੁੰਦਾ ਸੀ ਕਿੰਨੇ ਬੰਦੇ ਮੈਨੂੰ ਛੱਡ ਕੇ ਗਏ, ਤਾਂ ਉਹਦਾ ਫਾਰਮੂਲਾ ਕੀ ਸੀ? ਨੰਬਰ ਆਫ ਦੀ ਸੈਪਰੇਸ਼ਨ ਡਿਊਰਿੰਗ ਦਾ ਪੀਰੀਅਡ, ਐਵਰੇਜ ਨੰਬਰ ਆਫ ਦੀ ਵਰਕਰਸ ਡਿਊਰਿੰਗ ਦਾ ਪੀਰੀਅਡ। ਠੀਕ ਹੈ, ਮਲਟੀਪਲਾਈ 100। ਇਹਦੇ ਨਾਲ ਸਾਨੂੰ ਇਹ ਪਤਾ ਲੱਗ ਜਾਂਦਾ ਸੀ ਕਿ ਸੈਪਰੇਸ਼ਨ ਮੈਥਡ ਵਿੱਚ ਕਿ ਕਿੰਨੇ ਬੰਦੇ ਸਾਨੂੰ ਛੱਡ ਕੇ ਗਏ ਨੇ। ਤਾਂ ਰਿਪਲੇਸਮੈਂਟ ਮੈਥਡ ਕੀ ਸੀ? ਨੰਬਰ ਆਫ ਦੀ ਰਿਪਲੇਸਮੈਂਟ ਡਿਊਰਿੰਗ ਦਾ ਪੀਰੀਅਡ ਅਪੋਨ ਐਵਰੇਜ ਨੰਬਰ ਆਫ ਦੀ ਵਰਕਰਸ ਡਿਊਰਿੰਗ ਦਾ ਪੀਰੀਅਡ ਮਲਟੀਪਲਾਈ 100। ਇਹਦੇ ਨਾਲ ਸਾਨੂੰ ਕੀ ਪਤਾ ਲੱਗ ਜਾਂਦਾ ਸੀ ਕਿ ਕਿੰਨੇ ਬੰਦੇ ਇੰਪਲੋਇਡ ਹੋ ਗਏ, ਮਤਲਬ ਕਿੰਨੀ ਮੇਰੀ ਉਹਦੀ ਅਪੋਇੰਟਮੈਂਟ ਕਰ ਲਈ। ਜੇ ਮੰਨ ਕੇ ਚੱਲੋ ਸੈਪਰੇਸ਼ਨ ਵਿੱਚ 150 ਬੰਦੇ ਮੇਰੇ ਛੱਡ ਕੇ ਗਏ ਅਤੇ ਮੈंने 150 मैंने अपॉइंट कर लिया, परसेंटेज ਵਿੱਚ ਕੋਈ ਚੇਂਜ ਨਹੀਂ ਆਏਗਾ। ਭਾਵੇਂ ਉਹ ਸੈਪਰੇਸ਼ਨ ਮੈਥਡ ਲਾ ਕੇ ਕਰ ਲਓ, ਭਾਵੇਂ ਰਿਪਲੇਸਮੈਂਟ ਮੈਥਡ ਲਾ ਕੇ ਕਰ ਲਓ, ਸੇਮ ਹੀ ਪਰਸੈਂਟੇਜ ਆਏਗੀ। ਜੇ ਇਹ ਆਪਾਂ ਉਦੋਂ ਗੱਲ ਕਰ ਰਹੇ ਹਾਂ ਜਦੋਂ ਲੌਂਗ ਟਰਮ ਪ੍ਰੋਸੈਸ ਲਈ ਆਪਾਂ ਨੇ ਕੋਈ ਅਪੁਆਇੰਟਮੈਂਟ ਕਰਨੀ ਹੁੰਦੀ ਹੈ। ਜੇ ਕੋਈ ਸ਼ੋਰਟ ਟਰਮ ਲਈ ਹੈ ਤਾਂ ਚੇਂਜ ਆ ਸਕਦਾ। ਜੇ 10 ਬੰਦੇ ਛੱਡ ਕੇ ਗਏ ਤਾਂ ਮੈਂ 8 ਵੀ ਅਪੁਆਇੰਟ ਕਰ ਸਕਦਾ, ਕਿਉਂਕਿ ਮੈंने ਹੁਣ ਫਿਲਹਾਲ ਹੁਣ ਦਾ ਟਾਈਮ ਦੇਖਣਾ। ਤਾਂ ਮੈਂ ਰਿਪਲੇਸਮੈਂਟ ਮੈਥਡ ਅਤੇ ਸੈਪਰੇਸ਼ਨ ਮੈਥਡ 'ਚ ਤਾਂ ਉਸ ਵਕਤ ਚੇਂਜ ਆ ਸਕਦਾ। ਤਾਂ ਡਿਊਲ ਐਂਡ ਫਲੈਕਸ ਮੈਥਡ ਕੀ ਹੁੰਦਾ ਹੈ? ਇਹ ਸਿਰਫ ਉਸੇ ਲਈ ਹੈ ਕਿ ਆਪਾਂ ਨੇ ਇਹ ਦੇਖਣਾ ਹੈ ਕਿ ਐਕਚੁਅਲ 'ਚ ਮੈਨੂੰ ਕਿੰਨਾ ਚੇਂਜ ਆ ਰਿਹਾ। ਤਾਂ ਮੈਂ ਦੋ ਮੈਥਡ ਇਹ ਯੂਜ਼ ਕਰ ਸਕਦਾ। ਪਹਿਲਾ ਮੈਥਡ ਕਹਿੰਦਾ ਕਿ ਮੈਂ ਇਹਨਾਂ ਨੂੰ ਟੋਟਲੀ ਕਰ ਦੇਵਾਂ, 15% ਅਤੇ 25% ਨੂੰ ਟੋਟਲ ਕਰ ਦੇਵਾਂ, ਅਪੋਨ ਐਵਰੇਜ ਨੰਬਰ ਆਫ ਦੀ ਡਿਊਰਿੰਗ ਦਾ ਪੀਰੀਅਡ ਕਰ ਦੇਵਾਂ, ਤਾਂ ਮੈਨੂੰ 40% ਆ ਜਾਏਗਾ ਮੇਰਾ। ਮਗਰ ਦੂਜਾ ਮੈਥਡ ਇਹ ਕਹਿੰਦਾ ਹੈ ਕਿ ਇਹਨਾਂ ਦੋਨਾਂ ਦੀ ਮੈਂ ਐਵਰੇਜ ਲੈ ਲਵਾਂ। ਠੀਕ ਹੈ, 15 + 25 ਅਪੋਨ 2 ਅਪੋਨ ਐਵਰੇਜ ਨੰਬਰ ਆਫ ਦੀ ਡਿਊਰਿੰਗ ਦਾ ਪੀਰੀਅਡ। ਠੀਕ ਹੈ, 150 + 250 ਅਪੋਨ 2 ਅਪੋਨ 1000। ਭਾਵੇਂ 150 ਲੈ ਲਓ, ਭਾਵੇਂ 50% ਲਾ ਲਓ। ਜੇ ਮੈंने ਨੰਬਰ 'ਚ ਲੈਣਾ ਠੀਕ ਹੈ, ਮੈਂ ਤਾਂ 150 ਲਾ ਕੇ ਚੱਲਾਂਗਾ। ਠੀਕ ਹੈ, ਗੱਲ ਉਹੀ ਬੈਠਦੀ ਹੈ। ਤਾਂ ਆਪਾਂ 40% ਆ ਜਾਏਗਾ ਜਾਂ 20% ਆ ਜਾਏਗਾ। ਜੇ ਮੈਂ ਉਹਦਾ ਐਵਰੇਜ ਕੱਢਿਆ ਤਾਂ ਉਹਦਾ 20% ਆ ਜਾਏਗਾ। ਠੀਕ ਹੈ ਨਾ ਫਰੈਂਡਸ। ਤਾਂ ਇਕੁਇਲੈਂਟ ਰੇਸ਼ੋ ਕੀ ਹੈ? ਇਕੁਇਲੈਂਟ ਰੇਸ਼ੋ ਸਿਰਫ ਇਹ ਮਤਲਬ ਕਿ ਮੈਨੂੰ ਸਾਲ ਵਿੱਚ ਮੇਰਾ ਕਿੰਨਾ ਚੇਂਜ ਆਏਗਾ। ਜੇ ਮੇਰੇ ਕੋਲ ਡਾਟਾ 1 ਮਹੀਨੇ ਦਾ 2 ਮਹੀਨੇ ਦਾ, ਉਹਨੂੰ ਮੈਂ ਸਾਲ 'ਚ ਕਨਵਰਟ ਕਰ ਲਾਂਗਾ ਕਿ ਸਾਲ 'ਚ ਕਿੰਨਾ ਚੇਂਜ ਆ ਸਕਦਾ। ਠੀਕ ਹੈ, ਉਹਦਾ ਫਾਰਮੂਲਾ ਕੀ ਹੈ? ਲੇਬਰ ਟਰਨਓਵਰ ਰੇਸ਼ੋ ਅਪੋਨ ਡੇਜ਼, ਮੰਥ, ਵੀਕ ਇਨ ਦਾ ਰੈਲੀਵੈਂਟ ਪੀਰੀਅਡ ਮਲਟੀਪਲਾਈ 365 ਡੇਜ਼ ਅਪੋਨ 12 ਅਪੋਨ ਹੀ ਆਏਗਾ 365 ਡੇਜ਼ ਜਾਂ 12 ਮਹੀਨੇ ਜਾਂ 52 ਵੀਕਸ। ਠੀਕ ਹੈ, ਉਹਦੇ ਨਾਲ ਮੈਂ ਉਰੇ ਡਾਟਾ ਕੱਢ ਲਾਂ। ਠੀਕ ਹੈ ਨਾ ਫਰੈਂਡਸ। ਸੋ ਇਸ ਤਰ੍ਹਾਂ ਮੇਰਾ ਲੇਬਰ ਟਰਨਓਵਰ ਰੇਸ਼ੋ ਨਿਕਲਦੀ ਹੈ। ਠੀਕ ਹੈ, ਕਿ ਮੈਨੂੰ ਕਿੰਨਾ ਚੇਂਜ ਮੇਰੇ ਲੇਬਰ ਕਿੰਨੇ ਮੈਨੂੰ ਛੱਡ ਕੇ ਜਾ ਰਹੇ ਨੇ, ਅਤੇ ਉਹਦੀ ਕਿੰਨੀ ਅਪੁਆਇੰਟਮੈਂਟ ਹੋ ਰਹੀ ਹੈ, ਉਸ ਬਾਰੇ ਪਤਾ ਲੱਗਦਾ। ਆਉਣ ਵਾਲੇ ਲੈਕਚਰਸ ਇਸ ਦੀ ਆਪਾਂ ਨੁਮੈਰੀਕਲ ਵੀ ਕਰਾਂਗੇ 1-2, ਤਾਂ ਕਿ ਤੁਹਾਨੂੰ ਹੋਰ ਕਲੈਰਿਟੀ ਹੁੰਦੀ ਜਾਏਗੀ, ਅਤੇ ਕੁਝ MCQs ਦੀ ਪ੍ਰੈਕਟਿਸ ਵੀ ਕਰਾਂਗੇ। ਠੀਕ ਹੈ ਨਾ ਫਰੈਂਡਸ। ਸੋ ਅੱਜ ਲਈ ਇੰਨਾ ਹੀ। ਬਾਕੀ ਆਪਾਂ ਨੈਕਸਟ ਲੈਕਚਰ ਵਿੱਚ ਇਹਦੀ ਪ੍ਰੈਕਟਿਸ ਵੀ ਕਰਨੀ ਆਪਾਂ ਨੇ, ਅਤੇ ਨੈਕਸਟ ਕਨਸੈਪਟਸ ਵੀ ਦੇਖਣੇ ਨੇ। ਠੀਕ ਹੈ ਫਰੈਂਡਸ। ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ, ਕਿਰਪਾ ਕਰਕੇ ਲਾਈਕ ਕਰਿਓ, ਸ਼ੇਅਰ ਕਰਿਓ। ਠੀਕ ਹੈ, ਅਤੇ ਵੱਧ ਤੋਂ ਵੱਧ ਕਮੈਂਟ ਕਰਿਓ ਜੇ ਕੋਈ ਪ੍ਰੋਬਲਮ ਆਉਂਦੀ ਹੈ। ਠੀਕ ਹੈ, ਇਹ ਨਵਾਂ ਮੈਥਡ ਹੈ ਅਤੇ ਤੁਹਾਨੂੰ ਕਈਆਂ ਨੂੰ ਨਹੀਂ ਵੀ ਸਮਝ ਆ ਸਕਦਾ, ਨੋਨ ਕਾਮਰਸ ਸਟੂਡੈਂਟ ਨੂੰ, ਤਾਂ ਉਹਨਾਂ ਨੂੰ ਮੈਂ ਜੇ ਉਹਨਾਂ ਨੂੰ ਕਲੈਰਿਟੀ ਚਾਹੀਦੀ ਵੀ ਹੋਏਗੀ ਤਾਂ ਮੈਂ ਉਹਨਾਂ ਨੂੰ ਸਪੈਸ਼ਲ ਰਿਪਲਾਈ ਵੀ ਕਰ ਸਕਦਾ। ਠੀਕ ਹੈ, ਇਹ ਮੇਰੀ ਡਿਊਟੀ ਹੈ। ਠੀਕ ਹੈ, ਮਗਰ ਤੁਸੀਂ ਇਹ ਚਿੰਤਾ ਨਾ ਕਰੋ, ਜੇ ਤੁਹਾਨੂੰ ਮੈਂ ਕੰਸੈਪਟ ਪੜ੍ਹਾਇਆ ਇਹਦੀ ਰਿਵੀਜ਼ਨ ਨਹੀਂ ਹੋਏਗੀ, ਇਹਦੀ ਰਿਵੀਜ਼ਨ ਵੀ ਹੋਏਗੀ। ਇਹ ਨਾਲ ਰਿਵੀਜ਼ਨ ਚੱਲਦੀ ਜਾਏਗੀ। ਜਦ ਤੱਕ ਪੇਪਰ ਨਹੀਂ ਆਉਂਦਾ ਹਰੇਕ ਕੰਸੈਪਟ ਦੀ ਘੱਟੋ ਘੱਟ 10-10 ਵਾਰੀ ਰਿਵੀਜ਼ਨ ਹੁੰਦੀ ਜਾਏਗੀ। ਠੀਕ ਹੈ ਨਾ ਫਰੈਂਡਸ। ਸੋ ਠੀਕ ਹੈ ਫਰੈਂਡਸ, ਅੱਜ ਲਈ ਇੰਨਾ ਹੀ। ਥੈਂਕ ਯੂ।